ਇੱਕ ਰੂਹ ਨੂੰ ਰੂਹ ਦੀ ਯਾਤਰਾ ਦੇ ਬਾਰੇ ਸਮਝਣ ਦਾ ਵਿਕਾਸ ਕਰਨਾ ਪਰਮ ਮਹੱਤਵ ਵਾਲੀ ਗੱਲ ਹੈ। ਮੂਲ ਨੂੰ ਛੱਡਣਾ, ਇੱਕ ਓੰਕਾਰ ਸਤਨਾਮ, ਮਾਤਾ ਦੇ ਗਰਭ ਵਿੱਚ ਪ੍ਰਵੇਸ਼ ਅਤੇ 9 ਮਹੀਨਿਆਂ ਲਈ ਠਹਿਰਾਵ, ਜਨਮ ਲੈਣਾ ਅਤੇ ਮਹਾਕਾਲ ਘੋਰ ਕਲਯੁਗ ਵਿੱਚ ਪ੍ਰਵੇਸ਼ ਕਰਨਾ, ਮਾਇਆ ਦੇ ਖੇਲ ਵਿੱਚ ਸ਼ਾਮਿਲ ਹੋਣਾ, ਮੂਲ ਤੋਂ ਦੂਰ ਰਹਿਣਾ, ਇੱਛਾਵਾਂ ਦੀ ਅੱਗ ਵਿੱਚ ਸੜਨਾ, 5 ਦੂਤਾਂ ਦੇ ਕਾਬੂ ਹੇਠ ਚਲਾਇਆ ਜਾਣਾ, ਹਉਮੈ ਦੇ ਭਰਨ ਵਿੱਚ ਜੀਵਨ ਵਿਅਰਥ ਕਰਨਾ, ਇਸ ਤਰ੍ਹਾਂ ਪੂਰੀ ਤਰ੍ਹਾਂ ਮਾਇਆ ਦੇ ਬਲ ਹੇਠ ਆ ਜਾਣਾ ਅਤੇ ਮੌਤ ਦਾ ਆਉਣਾ। ਰੂਹ ਵਾਪਸ 84 ਲੱਖ ਜੂਨੀਆਂ ਵਿੱਚ ਚਲੀ ਜਾਂਦੀ ਹੈ ਅਤੇ ਜਾਂ ਫਿਰ ਪਿਛਲੀਆਂ ਕਰਨੀਆਂ ਦੇ ਆਧਾਰ ਤੇ ਵਾਪਸ ਮਨੁੱਖਾ ਜੀਵਨ ਵਿੱਚ ਪੁਨਰ ਜਨਮ ਲੈਂਦੀ ਹੈ। ਜੇਕਰ ਅਸੀਂ ਇਹ ਜਨਮ ਮਰਨ ਦੇ ਚੱਕਰ ਨੂੰ ਸਮਝ ਲਈਏ ਤਦ ਅਸੀਂ ਅਸਲ ਵਿੱਚ ਜਾਣ ਸਕਦੇ ਹਾਂ ਕਿ ਇਸ ਚੱਕਰ ਵਿੱਚੋਂ ਬਾਹਰ ਕਿਵੇਂ ਨਿਕਲਣਾ ਹੈ। ਇਸ ਨੂੰ ਗੁਰਬਾਣੀ ਵਿੱਚ ਸਭ ਤੋਂ ਬੁਰਾ ਦੁੱਖ ਦੱਸਿਆ ਹੈ ਅਤੇ ਅਸੀਂ ਸਾਰੇ ਇਸ ਵਿੱਚੋਂ ਕਈ ਯੁੱਗਾਂ ਤੋਂ ਲੰਘ ਰਹੇ ਹਾਂ। ਇਸ ਜਨਮ ਮਰਨ ਦੇ ਚੱਕਰ ਤੋਂ ਰਾਹਤ ਪਾਉਣੀ ਸਿੱਖ ਕੇ ਅਸੀਂ ਇਸ ਸਭ ਤੋਂ ਵੱਡੇ ਦੁੱਖ ਤੋਂ ਸਦਾ ਲਈ ਬਾਹਰ ਨਿਕਲ ਸਕਦੇ ਹਾਂ। ਆਓ ਅਸੀਂ ਇਸ ਸਾਰੀ ਪ੍ਰਕਿਰਿਆ ਨੂੰ ਵਿਸਥਾਰ ਵਿੱਚ ਸਮਝਣ ਦਾ ਯਤਨ ਕਰੀਏ। ਬੁਨਿਆਦੀ ਤੌਰ ਤੇ ਸਾਡੀ ਰੂਹ ਮੂਲ ਤੋਂ ਆਈ ਹੈ, ਭਾਵ ਅਕਾਲ ਪੁਰਖ ਤੋਂ ਹੀ ਆਈ ਹੈ। ਮੂਲ ਜਿਸ ਤਰ੍ਹਾਂ ਮੂਲ ਮੰਤਰ ਇੱਕ ਓੰਕਾਰ ਸਤਨਾਮ ਵਿੱਚ ਪ੍ਰਭਾਸ਼ਿਤ ਕੀਤਾ ਗਿਆ ਹੈ ਅਤੇ ਬ੍ਰਹਮ ਗਿਆਨ, ਪਰਮ ਜੋਤ, ਪੂਰਨ ਪ੍ਰਕਾਸ਼, ਇੱਕ ਰਸ, ਆਤਮ ਰਸ ਅਤੇ ਅੰਮ੍ਰਿਤ ਵੀ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਸਾਡੀ ਰੂਹ ਮੂਲ ਦਾ ਇੱਕ ਹਿੱਸਾ ਹੈ। ਸ਼ੁਰੂ ਕਰਨ ਲਈ ਜਾਂ ਜੇਕਰ ਅਸੀਂ ਮੰਨ ਲੈਂਦੇ ਹਾਂ ਕਿ ਸਾਡੀ ਰੂਹ ਦਾ ਮੂਲ ਤੋਂ ਅਸਲ ਨਿਖੇੜ ਹੈ, ਇੱਥੇ ਸਾਡੀ ਰੂਹ ਅਤੇ ਬ੍ਰਹਮ ਵਿੱਚ ਕੋਈ ਅੰਤਰ ਨਹੀਂ ਹੈ, ਕਿਉਂਕਿ ਇਹ ਬ੍ਰਹਮ ਦਾ ਇੱਕ ਭਾਗ ਹੈ, ਇਸ ਲਈ ਇਹ ਉਸ ਵਰਗਾ ਹੀ ਹੈ, ਇਸ ਲਈ ਇਹ ਪਰਮਾਤਮਾ ਹੈ, ਅਨਾਦ ਸੱਚ ਅਤੇ ਮੂਲ ਦਾ ਇੱਕ ਭਾਗ ਹੋਣ ਦੇ ਨਾਤੇ ਮੂਲ ਪਾਰ ਬ੍ਰਹਮ ਦੇ ਸਾਰੇ ਬ੍ਰਹਮ ਗੁਣ ਰੱਖਦੀ ਹੈ। ਜਿਵੇਂ ਹੀ ਰੂਹ ਸਰਵ ਸ਼ਕਤੀਮਾਨ ਤੋਂ ਵਿਛੜਦੀ ਹੈ, ਅਗਲਾ ਕਦਮ ਇਸ ਮਾਇਆ ਦੇ ਸੰਸਾਰ ਵਿੱਚ ਮਾਤਾ ਦੀ ਕੁੱਖ ਰਸਤੇ ਦਾਖਲ ਹੋਣਾ ਹੈ। ਵਿਛੜਨ ਦੇ ਵੇਲੇ ਅਤੇ ਮਾਤਾ ਦੀ ਕੁੱਖ ਵਿੱਚ ਠਹਿਰਾਵ ਦੇ ਸਮੇਂ ਰੂਹ ਪਾਰ ਬ੍ਰਹਮ ਪਰਮੇਸ਼ਰ ਨੂੰ ਵਚਨ ਦਿੰਦੀ ਹੈ ਕਿ ਇਹ ਸੰਸਾਰ ਤੇ ਠਹਿਰਨ ਦੇ ਸਮੇਂ ਲਾਜ਼ਮੀ ਬ੍ਰਹਮ ਕਾਨੂੰਨਾਂ ਅਨੁਸਾਰ ਕੰਮਕਾਜ ਕਰੇਗੀ। ਰੂਹ ਕਾਗਜ਼ ਦੇ ਟੁਕੜੇ ਦੀ ਤਰ੍ਹਾਂ ਸਾਫ਼ ਹੁੰਦੀ ਹੈ, ਰੂਹ ਆਪ ਬ੍ਰਹਮ ਦੀ ਤਰ੍ਹਾਂ ਸਾਫ਼ ਹੁੰਦੀ ਹੈ ਅਤੇ ਇਸ ਤਰ੍ਹਾਂ ਰੂਹ ਬ੍ਰਹਮ ਨਾਲ ਵਾਅਦਾ ਕਰਦੀ ਹੈ ਕਿ ਇਹ ਆਪਣੇ ਸੰਸਾਰ ਤੇ ਠਹਿਰਾਵ ਦੇ ਸਮੇਂ ਇਸ ਤਰ੍ਹਾਂ ਹੀ ਸਾਫ਼ ਰਹੇਗੀ। ਮਾਇਆ ਅਤੇ ਸੰਸਾਰਿਕ ਵਸਤੂਆਂ ਦੀ ਭਟਕਣਾ ਤੋਂ ਅਵਿਚਲਿਤ ਰਹੇਗੀ, 5 ਚੋਰਾਂ ਭਾਵ 5 ਦੂਤਾਂ ਤੋਂ ਉੱਪਰ ਰਹੇਗੀ, ਸਾਰੇ ਬ੍ਰਹਮ ਕਾਨੂੰਨਾਂ ਦੀ ਪਾਲਣਾ ਵਿੱਚ ਰਹੇਗੀ, ਸਾਰੇ ਸੰਸਾਰਿਕ ਕੰਮ ਕਾਜ ਕਰੇਗੀ ਪਰ ਇਹਨਾਂ ਦੇ ਪਰਿਣਾਮ ਤੋਂ ਅਪ੍ਰਭਾਵਿਤ ਰਹੇਗੀ। ਬ੍ਰਹਮ ਦੇ ਸਾਰੇ ਗੁਣਾਂ ਨੂੰ ਅਪਣਾਏਗੀ, ਪਰਮਾਤਮਾ ਦੀ ਇੱਛਾ ਅਨੁਸਾਰ ਪਾਲਣਾ ਕਰੇਗੀ, ਆਪਣੀਆਂ ਸਾਰੀਆਂ ਕਿਰਿਆਵਾਂ ਅਤੇ ਪ੍ਰਤੀਕਿਰਿਆਵਾਂ ਪੂਰਨ ਹੁਕਮ ਦੇ ਅੰਦਰ ਨਿਭਾਵੇਗੀ, ਮਨੁੱਖਤਾ ਦੀ ਸੇਵਾ ਲਈ ਕੰਮ ਕਰੇਗੀ, ਬਾਕੀ ਜਨਤਾ ਨੂੰ ਸਰਵ ਸ਼ਕਤੀਮਾਨ ਨਾਲ ਜੋੜਨ ਦਾ ਯਤਨ ਕਰੇਗੀ, ਪੂਰਨ ਸਚਿਆਰੀ ਰਹਿਤ ਅਨੁਸਾਰ ਜੀਵਨ ਬਿਤਾਏਗੀ, ਸੱਚ ਨੂੰ ਦੇਖੇਗੀ, ਸੱਚ ਬੋਲੇਗੀ, ਸੱਚ ਸੁਣੇਗੀ ਅਤੇ ਸੱਚ ਦੀ ਸੇਵਾ ਕਰੇਗੀ। ਇਸ ਸੰਸਾਰ ਤੇ ਠਹਿਰਨ ਸਮੇਂ ਸਰਵ ਸ਼ਕਤੀਮਾਨ ਵਿੱਚ ਲੀਨ ਰਹੇਗੀ, ਸੱਚ, ਸੇਵਾ, ਸਿਮਰਨ ਅਤੇ ਪਰਉਪਕਾਰ ਦੇ ਰਸਤੇ ਤੇ ਚੱਲਦੇ ਹੋਏ ਅੱਗੇ ਵਧੇਗੀ ਅਤੇ ਜਦ ਅੰਤ ਆਉਂਦਾ ਹੈ ਅਤੇ ਰੂਹ ਇਸ ਸਰੀਰ ਨੂੰ ਛੱਡਦੀ ਹੈ, ਇਹ ਉਸ ਤਰ੍ਹਾਂ ਹੀ ਸਾਫ਼ ਹੋਵੇਗੀ ਜਿਵੇਂ ਇਹ ਮੂਲ ਰੂਪ ਵਿੱਚ ਮਾਤਾ ਦੀ ਕੁੱਖ ਵਿੱਚ ਸਥਾਪਤੀ ਸਮੇਂ ਸਾਫ਼ ਸੀ। ਸਰਵ ਸ਼ਕਤੀਮਾਨ ਇਸ ਨੂੰ ਵਾਪਸ ਸਵੀਕਾਰ ਕਰ ਲਵੇਗਾ ਅਤੇ ਇਸ ਨੂੰ ਆਪਣੇ ਵਿੱਚ ਜਜ਼ਬ ਕਰ ਲਵੇਗਾ ਅਤੇ ਦਰਗਾਹ ਵਿੱਚ ਇਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇਗਾ। ਐਸੀ ਇੱਕ ਸਾਫ਼ ਰੂਹ ਹਮੇਸ਼ਾ ਧੰਨ ਧੰਨ ਪਾਰ ਬ੍ਰਹਮ ਅਕਾਲ ਪੁਰਖ ਦੇ ਚਰਨਾਂ ਵਿੱਚ ਰਹਿੰਦੀ ਹੈ ਅਤੇ ਇਹਨਾਂ ਬ੍ਰਹਮ ਗੁਣਾਂ ਦੇ ਕਾਰਨ ਇਸ ਤਰ੍ਹਾਂ ਵੀ ਪ੍ਰਭਾਸ਼ਿਤ ਕੀਤੀ ਗਈ ਹੈ। ਪ੍ਰਗਟਿਓ ਜੋਤ, ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਸੰਤ ਸਤਿਗੁਰੂ। ਇਹ ਧੰਨ ਧੰਨ ਸ੍ਰੀ ਅਕਾਲ ਪੁਰਖ ਦੇ ਅਨੰਤ ਬ੍ਰਹਮ ਗੁਣ ਹਨ ਅਤੇ ਸਾਨੂੰ ਉਸ ਦੇ ਅਨੰਤ ਭਾਗ ਵਿੱਚ ਹਮੇਸ਼ਾ ਲੀਨ ਰਹਿਣਾ ਚਾਹੀਦਾ ਹੈ। ਇਹ ਸੀ ਸਾਡੀ ਰੂਹ ਦਾ ਟਿਕਾਣਾ। ਇਸ ਤਰ੍ਹਾਂ ਸਾਨੂੰ ਰਹਿਣ ਅਤੇ ਕੰਮ ਕਾਜ ਕਰਨ ਦੀ ਜ਼ਰੂਰਤ ਸੀ। ਇਹ ਹੈ ਜਿਸ ਤਰ੍ਹਾਂ ਸਾਨੂੰ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਸੀ। ਇਹ ਹੈ ਜਿਸ ਤਰ੍ਹਾਂ ਸਾਨੂੰ ਕਰਨਾ ਚਾਹੀਦਾ ਸੀ ਅਤੇ ਸਰਵ ਸ਼ਕਤੀਮਾਨ ਨਾਲ ਇੱਕ ਰਹਿਣਾ ਚਾਹੀਦਾ ਸੀ। ਪਰ ਇਸ ਦੀ ਬਜਾਏ ਸਾਡੀ ਰੂਹ ਨਾਲ ਕੀ ਵਾਪਰਿਆ, ਆਓ ਇਸ ਤੇ ਝਾਤੀ ਮਾਰੀਏ। ਜਦੋਂ ਹੀ ਅਸੀਂ ਜਨਮ ਲੈਂਦੇ ਹਾਂ
ਅਤੇ ਸਾਡੀ ਰੂਹ ਇਸ ਨਵੇਂ ਸਰੀਰ ਵਿੱਚ ਰੱਖੀ ਜਾਂਦੀ ਹੈ। ਮਹਾਕਾਲ ਘੋਰ ਕਲਯੁਗ ਸਾਨੂੰ ਘੇਰ ਲੈਂਦਾ ਹੈ ਅਤੇ ਕੌਣ ਇਸ ਕਲਯੁਗ ਅਤੇ ਮਾਰੂ ਨਾ ਪੱਖੀ ਮਾਇਆ ਅਤੇ ਡੂੰਘੀਆਂ ਮਾਨਸਿਕ ਬਿਮਾਰੀਆਂ ਦੀਆਂ ਸ਼ਕਤੀਆਂ ਤੋਂ ਬਚਿਆ ਹੈ। ਇੱਥੋਂ ਤੱਕ ਕਿ ਸਾਡਾ ਆਪਣਾ ਪਰਿਵਾਰ, ਸਾਡੇ ਆਪਣੇ ਮਾਤਾ ਪਿਤਾ, ਭਰਾ ਭੈਣਾਂ ਅਤੇ ਉਹ ਜੋ ਸਰਵ ਸ਼ਕਤੀਮਾਨ ਵਿੱਚ ਲੀਨ ਨਹੀਂ ਹਨ, ਪੰਜ ਦੂਤਾਂ ਭਾਵ ਪੰਜ ਚੋਰਾਂ ਆਸ਼ਾ, ਤ੍ਰਿਸ਼ਨਾ, ਮਨਸ਼ਾ, ਰਾਜ, ਗੰਧ ਵਿੱਚ ਲੀਨ ਰਹਿੰਦੇ ਹਨ। ਇਹ ਭੁਲੇਖਾ ਪਾਉ ਅਤੇ ਧੋਖਾ ਦੇਣ ਵਾਲੇ ਭਰਨ ਹਨ। ਇਹ ਮਿੱਠੇ ਅਤੇ ਲੁਭਾਉਣੇ ਪ੍ਰਤੀਤ ਹੁੰਦੇ ਹਨ, ਪਰ ਇਹ ਅਸਲ ਭਾਵ ਵਿੱਚ ਇਸ ਤਰ੍ਹਾਂ ਨਹੀਂ ਹਨ। ਕਿਉਂਕਿ ਇਹ ਸਾਡੀ ਰੂਹ ਨੂੰ ਸਰਵ ਸ਼ਕਤੀਮਾਨ ਤੋਂ ਦੂਰ ਲੈ ਜਾਣ ਲਈ ਜ਼ਿੰਮੇਵਾਰ ਹਨ। ਸਾਰਾ ਵਾਤਾਵਰਣ ਇਹਨਾਂ ਮਾਨਸਿਕ ਬਿਮਾਰੀਆਂ ਨਾਲ ਪ੍ਰਦੂਸ਼ਿਤ ਹੈ। ਇਸ ਤਰ੍ਹਾਂ ਅਸੀਂ ਕਿਵੇਂ ਆਪਣੇ ਆਲੇ ਦੁਆਲੇ ਤੈਰ ਰਹੇ ਵਿਸ਼ਾਣੂਆਂ ਤੋਂ ਬਚ ਸਕਦੇ ਹਾਂ? ਜਦ ਇੱਕ ਬੱਚਾ ਜਨਮ ਲੈਂਦਾ ਹੈ, ਇਹ ਆਪ ਪਰਮਾਤਮਾ ਧੰਨ ਭਾਰ ਬ੍ਰਹਮ ਪਰਮੇਸ਼ਰ ਦਾ ਰੂਪ ਮੰਨਿਆ ਜਾਂਦਾ ਹੈ, ਕਿਉਂਕਿ ਇਹ ਸਾਫ਼ ਹੁੰਦਾ ਹੈ ਜਿਸ ਤਰ੍ਹਾਂ ਪਹਿਲਾਂ ਵਿਖਿਆਨ ਕੀਤਾ ਗਿਆ ਹੈ ਅਤੇ ਇਹ ਸੱਚ ਹੀ ਇਸ ਤਰ੍ਹਾਂ ਹੁੰਦਾ ਹੈ। ਉਹ ਪਰਮਾਤਮਾ ਜੈਸਾ ਰਹਿਣਾ ਘਟਦਾ ਜਾਂਦਾ ਹੈ ਜਿਵੇਂ ਹੀ ਉਹ ਆਪਣੀਆਂ ਪੰਜ ਇੰਦਰੀਆਂ ਨੂੰ ਵਰਤਣਾ ਸ਼ੁਰੂ ਕਰਦਾ ਜਾਂਦਾ ਹੈ। ਤਦ ਉਸ ਦੀ ਰੂਹ ਹੌਲੀ-ਹੌਲੀ ਬ੍ਰਹਮ ਜੋਤ ਨਾਲੋਂ ਟੁੱਟਦੀ ਜਾਂਦੀ ਹੈ। ਉਹ ਮਾਇਆ ਦੇ ਪ੍ਰਭਾਵ ਅਧੀਨ ਚੱਲਣਾ ਸ਼ੁਰੂ ਕਰ ਦਿੰਦਾ ਹੈ। ਮਾਇਆ ਦੇ ਸੇਵਕ ਪੰਜ ਦੂਤ ਆਸ਼ਾ, ਤ੍ਰਿਸ਼ਨਾ, ਮਨਸਾ, ਰਾਜ, ਜੋਬਨ, ਧਨ, ਮਾਲ, ਰੂਪ, ਰਸ ਅਤੇ ਗੰਧ ਹਨ। ਇਸ ਲਈ ਆਮ ਆਦਮੀ ਇਹਨਾਂ ਠੱਗਾਂ, ਧੋਖੇਬਾਜ਼ਾਂ, ਭੁਲੇਖਿਆਂ, ਅਸਤ ਅਨੁਭੂਤੀਆਂ ਅਧੀਨ ਕੰਮ-ਕਾਜ ਕਰਦਾ ਹੈ ਅਤੇ ਇਸ ਤਰ੍ਹਾਂ ਮਾਇਆ ਦੇ ਕਾਬੂ ਅਧੀਨ ਹੁੰਦਾ ਹੈ। ਅਨੰਤ ਪਰਮਾਤਮਾ ਦਾ ਇਹ ਚੱਕਰ ਭਾਗ ਸਰਗੁਣ ਸਰੂਪ ਹੈ ਅਤੇ ਅਨੰਤ ਚੱਕਰ ਦੁਆਰਾ ਦਰਸਾਇਆ ਜਾਂਦਾ ਹੈ। ਅਨੰਤ ਦਾ ਗਣਿਤ ਚਿੰਨ੍ਹ ਵੀ ਲੂਪ ਭਾਵ ਚੱਕਰ ਹੈ। ਮਾਇਆ ਅਨੰਤ ਦੇ ਚੱਕਰ ਵਿੱਚ ਖੇਡਦੀ ਹੈ ਅਤੇ ਰਾਜ ਕਰਦੀ ਹੈ। ਇਸ ਚੱਕਰ ਨੂੰ ਤੋੜਨ ਨਾਲ ਅਸੀਂ ਬ੍ਰਹਮ, ਪੂਰਨ ਪ੍ਰਕਾਸ਼, ਪਰਮ ਜੋਤ, ਬ੍ਰਹਮ ਦੇ ਨਿਰਗੁਣ ਸਰੂਪ ਦਾ ਪਤਾ ਲਗਾਉਂਦੇ ਹਾਂ। ਇਸ ਲਈ ਰੂਹ ਅਸੀਮ ਅਨੰਤ ਮਾਲਕ, ਨਿਰਗੁਣ ਸਰੂਪ ਦੇ ਅਸੀਮ ਅਨੰਤ ਭਾਗ ਨੂੰ ਛੱਡਦੀ ਹੈ ਅਤੇ ਅਨੰਤ ਚੱਕਰ ਸਰਗੁਣ ਸਰੂਪ ਦੀ ਸੀਮਾ ਵਿੱਚ ਫਸ ਜਾਂਦੀ ਹੈ। ਇਸ ਦੇ ਫਲਸਰੂਪ ਇਹ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ ਜਿਹੜਾ ਮਾਇਆ ਦੁਆਰਾ ਚਲਾਇਆ ਜਾ ਰਿਹਾ ਹੈ। ਜਦ ਬੱਚਾ ਜਨਮ ਲੈਂਦਾ ਹੈ, ਦਸਮ ਦੁਆਰ ਖੁੱਲ੍ਹਾ ਹੁੰਦਾ ਹੈ ਅਤੇ ਜਦ ਤੱਕ ਬੱਚੇ ਦਾ ਇਹ ਦਸਮ ਦੁਆਰ ਖੁੱਲ੍ਹਾ ਹੁੰਦਾ ਹੈ, ਰੂਹ ਬ੍ਰਹਮ ਦੇ ਅਨੰਤ ਭਾਗ ਦੇ ਸਿੱਧੇ ਸੰਪਰਕ ਵਿੱਚ ਹੁੰਦੀ ਹੈ। ਜਦ ਬੱਚਾ ਮਾਇਆ ਦੇ ਦੁਆਰਾ ਕਾਬੂ ਕਰ ਲਿਆ ਜਾਂਦਾ ਹੈ, ਦਸਮ ਦੁਆਰ ਬੰਦ ਹੋ ਜਾਂਦਾ ਹੈ ਅਤੇ ਇਸ ਅਵਸਥਾ ਤੇ ਰੂਹ ਮਾਇਆ ਦੇ ਪੂਰਨ ਰਾਜ ਅਧੀਨ ਆ ਜਾਂਦੀ ਹੈ। ਦਸਮ ਦੁਆਰ ਦਾ ਬੰਦ ਹੋਣਾ ਜਨਮ ਦੇ ਦੂਜੇ ਅਤੇ ਤੀਸਰੇ ਸਾਲ ਦੇ ਵਿਚਕਾਰ ਹੁੰਦਾ ਹੈ। ਇਸ ਲਈ ਜੇਕਰ ਅਸੀਂ ਬੱਚੇ ਨੂੰ ਉਸ ਦੇ ਲਾਗੇ ਗੁਰਬਾਣੀ ਅਤੇ ਕੀਰਤਨ ਨੂੰ ਸੁਣਾ ਕੇ ਗੁਰਬਾਣੀ ਵਿੱਚ ਨਿਰੰਤਰ ਆਧਾਰ ਤੇ ਲੀਨ ਰੱਖਦੇ ਹਾਂ, ਤਦ ਬੱਚਾ ਮਾਇਆ ਦੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ। ਪਰ ਜਦ ਰੂਹ ਤੇ ਇੱਕ ਵਾਰ ਮਾਇਆ ਦਾ ਜ਼ੋਰ ਪੈ ਜਾਂਦਾ ਹੈ ਅਤੇ ਮਾਇਆ ਦੇ ਪੂਰਨ ਪ੍ਰਭਾਵ ਅਧੀਨ ਚਲੇ ਜਾਂਦੇ ਹਾਂ, ਤਦ ਮਾਇਆ ਦੇ ਕਾਬੂ ਤੋਂ ਬਾਹਰ ਆਉਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ। ਬਹੁਤੀ ਜਨਤਾ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ। ਸਾਰੀ ਹੀ ਜਨਤਾ ਅਤੇ ਰੂਹਾਂ ਮਾਇਆ ਦੇ ਪ੍ਰਭਾਵ ਅਧੀਨ ਚੱਲ ਰਹੀ ਹੈ। ਇੱਥੇ ਕੁਝ ਬਹੁਤ ਹੀ ਘੱਟ ਦੁਰਲੱਭ ਰੂਹਾਂ ਹੁੰਦੀਆਂ ਹਨ ਜੋ ਅਨਾਦ ਬਖਸ਼ਿਸ਼ ਵਿੱਚ ਹੁੰਦੀਆਂ ਹਨ ਅਤੇ ਮਾਇਆ ਦੇ ਕਾਬੂ ਅਧੀਨ ਨਹੀਂ ਹੁੰਦੀਆਂ ਹਨ। ਐਸੀਆਂ ਰੂਹਾਂ ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਹੁੰਦੀਆਂ ਹਨ ਅਤੇ ਸਰਵ ਸ਼ਕਤੀਮਾਨ ਨਾਲ ਇੱਕ ਰਹਿੰਦੀਆਂ ਹਨ। ਐਸੀਆਂ ਰੂਹਾਂ ਦੀ ਮਾਇਆ ਸੇਵਾ ਕਰਦੀ ਹੈ ਅਤੇ ਮਾਇਆ ਉਹਨਾਂ ਦੇ ਪੈਰਾਂ ਥੱਲੇ ਰਹਿੰਦੀ ਹੈ। ਸਰਵ ਸ਼ਕਤੀਮਾਨ ਅਤੇ ਐਸੀਆਂ ਅਨਾਦ ਬਖਸ਼ਿਸ਼ ਵਾਲੀਆਂ ਅਤੇ ਚਾਨਣ ਸਤਿਗੁਰੂ ਅਤੇ ਪੂਰਨ ਬ੍ਰਹਮ ਗਿਆਨੀਆਂ ਦੀਆਂ ਰੂਹਾਂ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਹੈ। ਮਾਇਆ ਦੇ ਕਾਬੂ ਅਧੀਨ ਰਹਿੰਦੀ ਰੂਹ ਸਦਾ ਹੀ ਅਨੰਤ ਦੇ ਚੱਕਰ ਵਿੱਚ ਰਹਿੰਦੀ ਹੈ ਅਤੇ ਇਹ ਸਾਡੇ ਸਭ ਨਾਲ ਹੀ ਇਹ ਸੱਚ ਹੈ। ਸਾਰੀਆਂ ਰੂਹਾਂ ਜੋ ਸੱਚਖੰਡ ਵਿੱਚ ਨਹੀਂ ਹਨ ਅਤੇ ਉਹ ਜਾਂ ਤਾਂ ਨਰਕ ਵਿੱਚ ਰਹਿੰਦੀਆਂ ਹਨ ਜਾਂ 84 ਲੱਖ ਜੂਨੀਆਂ ਵਿੱਚ ਰਹਿੰਦੀ ਹਨ ਜਾਂ ਮਨੁੱਖਾ ਜੀਵਨ ਵਿੱਚ ਰਹਿੰਦੀਆਂ ਹਨ। ਅਸੀਂ ਇਸ ਪੁਨਰ ਜਨਮਾਂ ਦੇ ਚੱਕਰ ਵਿੱਚੋਂ ਬਹੁਤ ਸਮੇਂ ਤੋਂ ਲੰਘ ਰਹੇ ਹਾਂ। ਸਭ ਤੋਂ ਮਹੱਤਵਪੂਰਨ ਅਤੇ ਜ਼ਰੂਰੀ ਪ੍ਰਸ਼ਨ ਇਹ ਰਹਿੰਦਾ ਹੈ ਕਿ ਇਸ ਮੁਸ਼ਕਿਲ ਦਾ ਹੱਲ ਕੀ ਹੈ। ਕਿਵੇਂ ਅਸੀਂ ਇਸ ਅਨੰਤ ਦੇ ਚੱਕਰ ਨੂੰ ਤੋੜ ਸਕਦੇ ਹਾਂ, ਸਾਡੀ ਰੂਹ ਉੱਪਰ ਮਾਇਆ ਦੇ ਕਾਬੂ ਨੂੰ ਤੋੜ ਸਕਦੇ ਹਾਂ। ਕਿਵੇਂ ਅਸੀਂ ਮਾਇਆ ਦੀਆਂ ਰੋਕਾਂ ਨੂੰ ਤੋੜ ਸਕਦੇ ਹਾਂ
ਅਤੇ ਮਾਇਆ ਉੱਪਰ ਜਿੱਤ ਪਾ ਸਕਦੇ ਹਾਂ। ਕਿਵੇਂ ਅਸੀਂ ਮੂਲ ਬ੍ਰਹਮ ਦੇ ਅਨੰਤ ਭਾਗ ਵਿੱਚ ਵਾਪਸ ਜਾ ਸਕਦੇ ਹਾਂ ਅਤੇ ਜੀਵਨ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਆਓ ਅਸੀਂ ਇਹਨਾਂ ਮਹੱਤਵਪੂਰਨ ਦਿਸ਼ਾਵਾਂ ਦੇ ਪ੍ਰਸ਼ਨਾਂ ਦਾ ਉੱਤਰ ਲੱਭ ਸਕਦੇ ਹਾਂ, ਕਿਉਂਕਿ ਇਹਨਾਂ ਦਾ ਉੱਤਰ ਸਾਡੀ ਰੂਹ ਦੀ ਕਿਸਮਤ ਦਾ ਫੈਸਲਾ ਕਰੇਗਾ। ਇਸ ਲਈ ਧਿਆਨ ਨਾਲ ਸੁਣੋ। ਇਹ ਹੱਲ ਸਿਰਫ ਸ਼ਬਦ ਨਹੀਂ ਹਨ, ਸਗੋਂ ਅਸਲ ਸਥੂਲ ਅਨਾਦ ਅਤੇ ਰੂਹਾਨੀ ਅਨੁਭਵਾਂ ਦੇ ਆਧਾਰ ਤੇ ਹੈ। ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਅਤੇ ਧੰਨ ਧੰਨ ਸੰਤ ਬਾਬਾ ਜੀ, ਇੱਕ ਪੂਰਨ ਸੰਤ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਦੀ ਅਗਮ ਅਪਾਰ ਬੇਅੰਤ ਗੁਰ ਪ੍ਰਸਾਦੀ ਕਿਰਪਾ ਦੇ ਅਧੀਨ ਹੈ। ਕੁਝ ਬਖਸ਼ਿਸ਼ ਵਾਲੇ ਲੋਕਾਂ ਦੀਆਂ ਰੂਹਾਨੀ ਖਾਹਿਸ਼ਾਂ ਪਹਿਲਾਂ ਹੀ ਸੱਚ ਹੋ ਗਈਆਂ ਹਨ ਅਤੇ ਇੱਥੇ ਬਹੁਤ ਸਾਰੀ ਹੋਰ ਗੁਰ ਸੰਗਤ ਹੈ ਜੋ ਸੁਹਾਗਨਾਨ ਹਨ ਅਤੇ ਕਰਮ ਖੰਡ ਵਿੱਚ ਆਪਣੀ ਭਗਤੀ ਕਰ ਰਹੀਆਂ ਹਨ, ਜਦਕਿ ਉਹਨਾਂ ਵਿੱਚੋਂ ਕੁਝ ਸਦਾ ਸੁਹਾਗਨਾਨ ਹਨ ਅਤੇ ਸੱਚਖੰਡ ਵਿੱਚ ਸੇਵਾ ਕਰ ਰਹੀਆਂ ਹਨ। ਇਸ ਪੁਨਰ ਜਨਮਾਂ ਦੇ ਵਿੱਚ ਅਨੰਤ ਚੱਕਰ ਵਿੱਚ ਰਹਿਣ ਦੀ ਮੁਸ਼ਕਿਲ ਦਾ ਹੱਲ, ਭਾਵ ਜਨਮ ਅਤੇ ਮੌਤ ਦੇ ਚੱਕਰ, ਸਦਾ ਮਾਇਆ ਦੇ ਕਾਬੂ ਅਧੀਨ ਰਹਿਣ ਦੀ ਮੁਸ਼ਕਿਲ ਦਾ ਹੱਲ ਗੁਰ ਪ੍ਰਸਾਦੀ ਗੁਰ ਪ੍ਰਸਾਦ ਹੈ। ਪਰ ਹਰ ਇੱਕ ਉਸੇ ਵੇਲੇ ਹੀ ਅਨਾਦ ਬਖਸ਼ਿਸ਼ ਵਾਲਾ ਨਹੀਂ ਹੁੰਦਾ, ਕਿਉਂਕਿ ਇਹ ਪਹਿਲਾਂ ਹੀ ਸਾਡੀਆਂ ਪਿਛਲੇ ਜਨਮਾਂ ਦੀਆਂ ਕਰਨੀਆਂ ਦੇ ਆਧਾਰ ਤੇ ਪਹਿਲਾਂ ਹੀ ਤੈਅ ਕੀਤਾ ਗਿਆ ਹੁੰਦਾ ਹੈ। ਜੇਕਰ ਸਾਡੀਆਂ ਪਿਛਲੇ ਜਨਮਾਂ ਅਤੇ ਇਸ ਜਨਮ ਵਿੱਚ ਕੀਤੀਆਂ ਚੰਗੀਆਂ ਕਰਨੀਆਂ ਇਸ ਪੱਧਰ ਤੇ ਪਹੁੰਚ ਜਾਂਦੀਆਂ ਹਨ ਕਿ ਜਦ ਗੁਰ ਅਕਾਲ ਪੁਰਖ ਖੁਸ਼ ਹੋ ਜਾਂਦਾ ਹੈ ਅਤੇ ਉਹ ਇਹਨਾਂ ਨੂੰ ਪਹਿਚਾਣ ਲੈਂਦਾ ਹੈ ਅਤੇ ਇਸ ਬਿੰਦੂ ਤੇ ਸਾਡੀ ਗੁਰ ਪ੍ਰਸਾਦੀ ਖੇਡ ਸ਼ੁਰੂ ਹੁੰਦੀ ਹੈ। ਇਸ ਬਿੰਦੂ ਤੇ ਅਕਾਲ ਪੁਰਖ ਆਪ ਸਾਨੂੰ ਅਨਾਦ ਬਖਸ਼ਿਸ਼ਾਂ ਕਰਦਾ ਹੈ, ਜਿਹੜਾ ਕਿ ਇੱਕ ਖਾਸ ਦੁਰਲਭ ਰੂਹ ਗੁਰੂ ਨਾਨਕ ਪਾਤਸ਼ਾਹ ਜੀ ਵਰਗੀ ਰੂਹ ਨਾਲ ਕੀਤਾ ਗਿਆ, ਜਾਂ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਦੀ ਗੁਰ ਪ੍ਰਸਾਦੀ ਗੁਰ ਸੰਗਤ ਨਾਲ ਹੁੰਦਾ ਹੈ, ਜਿਵੇਂ ਭਾਈ ਲਹਿਣਾ ਜੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰ ਸੰਗਤ ਨਾਲ ਬਖਸ਼ੇ ਗਏ। ਇਸ ਤਰ੍ਹਾਂ ਉਹ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰ ਪ੍ਰਸਾਦੀ ਗੁਰ ਕਿਰਪਾ ਨਾਲ ਗੁਰੂ ਅੰਗਦ ਦੇਵ ਜੀ ਬਣ ਗਏ। ਕੇਵਲ ਐਸਾ ਇੱਕ ਪੂਰਨ ਸੰਤ ਸਤਿਗੁਰੂ ਹੀ ਕਰ ਸਕਦਾ ਹੈ। ਸਾਨੂੰ ਗੁਰ ਪ੍ਰਸਾਦੀ ਨਾਮ, ਇੱਕ ਓੰਕਾਰ ਸਤਨਾਮ ਦੇ ਸਕਦਾ ਹੈ। ਸਾਨੂੰ ਅਨਾਦ ਤੌਰ ਤੇ ਬਖਸ਼ ਸਕਦਾ ਹੈ। ਸਾਡੇ ਬਜਰ ਕਪਾਟ ਖੋਲ ਸਕਦਾ ਹੈ। ਸਾਨੂੰ ਗੁਰ ਪ੍ਰਸਾਦੀ ਪ੍ਰਭ ਜੋਤ ਨਾਲ ਪ੍ਰਕਾਸ਼ਿਤ ਕਰ ਸਕਦਾ ਹੈ। ਸਾਨੂੰ ਸਾਡੀ ਭਗਤੀ ਪੂਰੀ ਕਰਨ ਵਿੱਚ ਮਦਦ ਕਰਕੇ ਸੁਹਾਗਣ ਅਤੇ ਸਦਾ ਸੁਹਾਗਣ ਬਣਾ ਸਕਦਾ ਹੈ। ਦਸਮ ਦੁਆਰ ਖੋਲ ਕੇ ਸਾਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰ ਸਕਦਾ ਹੈ। ਸਾਨੂੰ ਮੁਕਤੀ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ। ਸਾਨੂੰ ਪੰਜ ਦੂਤਾਂ ਤੇ ਜਿੱਤ ਪ੍ਰਾਪਤ ਕਰਨ ਵਿੱਚ ਮਦਦ ਕਰਕੇ ਹੌਲੀ ਹੌਲੀ ਮਾਇਆ ਉੱਪਰ ਪੂਰਨ ਤੌਰ ਤੇ ਜਿੱਤ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਸਾਨੂੰ ਪਰਮ ਪਦਵੀ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਤਦ ਅਸੀਂ ਪੁਨਰ ਜਨਮਾਂ ਦਾ ਅਨੰਤ ਚੱਕਰ ਤੋੜ ਕੇ ਵਾਪਸ ਅਨੰਤ ਬ੍ਰਹਮ ਦੇ ਅਸੀਮ ਭਾਗ ਵਿੱਚ ਵਾਪਸ ਚਲੇ ਜਾਂਦੇ ਹਾਂ। ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਇਸ ਗੁਰ ਪ੍ਰਸਾਦੀ ਖੇਡ ਦਾ ਧੰਨ ਧੰਨ ਸੰਤ ਬਾਬਾ ਜੀ ਦੀਆਂ ਅਨਾਦ ਬਖਸ਼ਿਸ਼ਾਂ ਦੇ ਅਧੀਨ ਇੱਕ ਹਿੱਸਾ ਬਣੇ ਹਾਂ। ਇਸ ਤਰ੍ਹਾਂ ਅਸੀਂ ਇਹ ਅਨੰਤ ਦਾ ਚੱਕਰ ਤੋੜ ਕੇ ਅਤੇ ਧੰਨ ਧੰਨ ਸ਼੍ਰੀ ਪਾਰ ਬ੍ਰਹਮ ਪਰਮੇਸ਼ਰ ਜੀ ਵਿੱਚ ਲੀਨ ਹੋਣ ਦੇ ਯੋਗ ਹੋ ਸਕੇ ਹਾਂ। ਕਿਉਂਕਿ ਇਹ ਗੁਰ ਪ੍ਰਸਾਦੀ ਖੇਡ ਹੈ ਅਤੇ ਹਰ ਇੱਕ ਦੀਆਂ ਕਰਨੀਆਂ ਵੱਖ-ਵੱਖ ਹਨ ਅਤੇ ਇਸ ਲਈ ਉਹਨਾਂ ਦੀ ਕਿਸਮਤ ਅਤੇ ਰੂਹ ਵੱਖ-ਵੱਖ ਹੁੰਦੀ ਹੈ। ਇਸ ਲਈ ਇਸ ਗੁਰ ਪ੍ਰਸਾਦੀ ਖੇਡ ਦਾ ਹਿੱਸਾ ਬਣਨ ਲਈ ਸਾਨੂੰ ਸਭ ਨੂੰ ਸਰਵ ਸ਼ਕਤੀਮਾਨ ਅੱਗੇ ਉਸ ਦੀ ਗੁਰ ਪ੍ਰਸਾਦੀ ਗੁਰ ਕਿਰਪਾ ਦੀ ਅਨਾਦ ਬਖਸ਼ਿਸ਼ ਲਈ ਅਰਦਾਸ ਕਰੀਏ ਅਤੇ ਨਾਮ ਸਿਮਰਨ ਕਰਨਾ ਜਾਰੀ ਰੱਖੀਏ। ਗੁਰਬਾਣੀ ਸੁਣਨਾ ਅਤੇ ਗੁਰਬਾਣੀ ਨੂੰ ਸਮਝਣਾ ਜਾਰੀ ਰੱਖੋ। ਗੁਰਬਾਣੀ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਮਲ ਵਿੱਚ ਲਿਆਓ ਅਤੇ ਨਿਮਰਤਾ ਦੀ ਕਮਾਈ ਅਤੇ ਸਾਰੇ ਲਾਜ਼ਮੀ ਬ੍ਰਹਮ ਕਾਨੂੰਨਾਂ ਦੀ ਪਾਲਣਾ ਕਰੋ, ਜਿਵੇਂ ਗੁਰੂ ਅੱਗੇ ਪੂਰਨ ਸਮਰਪਣ। ਅਤੇ ਅਸੀਂ ਯਕੀਨੀ ਤੌਰ ਤੇ ਇੱਕ ਦਿਨ ਗੁਰ ਪ੍ਰਸਾਦੀ ਖੇਡ ਅਤੇ ਗੁਰ ਪ੍ਰਸਾਦੀ ਗੁਰ ਸੰਗਤ ਅਤੇ ਗੁਰ ਪ੍ਰਸਾਦੀ ਨਾਮ, ਇੱਕ ਓੰਕਾਰ ਸਤਨਾਮ ਨਾਲ ਬਖਸ਼ੇ ਜਾਵਾਂਗੇ। ਅੰਤ ਵਿੱਚ ਇਹ ਸਾਡੀ ਗੁਰ ਸੰਗਤ ਦੇ ਚਰਨਾਂ ਵਿੱਚ ਅਤੇ ਨਿਮਰ ਬੇਨਤੀ ਹੈ ਕਿ ਆਪਣੇ ਆਪ ਨੂੰ ਦੱਸੇ ਗਏ ਬ੍ਰਹਮ ਗਿਆਨ ਦੀ ਰੋਸ਼ਨੀ ਵਿੱਚ ਮੁਲਾਂਕਣ ਕਰੋ ਅਤੇ ਪਤਾ ਕਰੋ ਕਿ ਤੁਸੀਂ ਅਸਲ ਵਿੱਚ ਕਿੱਥੇ ਕੋ ਖੜੇ ਹੋ। ਜੇਕਰ ਅਸੀਂ ਗੁਰ ਪ੍ਰਸਾਦੀ ਖੇਡ ਦਾ ਹਿੱਸਾ ਹਾਂ ਤਦ ਅਸੀਂ ਬਹੁਤ ਭਾਗਾਂ ਵਾਲੇ ਹਾਂ ਅਤੇ ਆਪਣੇ ਇਸ ਅਨੰਤ ਦੇ ਚੱਕਰ ਨੂੰ ਤੋੜ ਕੇ ਵਾਪਸ ਬ੍ਰਹਮ ਦੇ ਅਸੀਮ ਅਨੰਤ ਭਾਗ ਨਿਰਗੁਣ ਸਰੂਪ ਪੂਰਨ ਪ੍ਰਕਾਸ਼ ਦੇ ਵਿੱਚ ਅਭੇਦ ਹੋਣ ਦੇ ਰਸਤੇ ਤੇ ਹਾਂ। ਨਹੀਂ ਤਾਂ ਸਾਨੂੰ ਉਸ ਉੱਪਰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ
ਜਿਸ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਸਚਿਆਰਾ ਬਣਾ ਸਕਦੇ ਹਾਂ ਅਤੇ ਗੁਰਬਾਣੀ ਉੱਪਰ ਅਮਲ ਅਤੇ ਸਿਮਰਨ ਸੇਵਾ ਅਤੇ ਪਰਉਪਕਾਰ ਦਾ ਹੋਰ ਅਰਥਪੂਰਨ ਕੰਮਾਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਅਸੀਂ ਨਿਸ਼ਚਿਤ ਤੌਰ ਤੇ ਇਸ ਤਰ੍ਹਾਂ ਕਰਨ ਨਾਲ ਗੁਰਪ੍ਰਸਾਦੀ ਖੇਡ ਦੇ ਨੇੜੇ ਹੋ ਜਾਵਾਂਗੇ।